नानक नाम मिले तां जीवां, तन मन थेवै हरिया। नानक नाम मिले तां जीवां, तन मन थेवै हरिया। सतनाम। धन वाहिगुरु साहिब जियो, सोरठ महला पंजवा। आगे सुख मेरे मिता, पासे आनंद प्रभ कीता। आगे सुख मेरे मिता, पासे आनंद प्रभ कीता। परमेश्वर बनत बनाई, फिर डोलत कतहु नहीं। साचे साहिब स्यों मन मनिया, हर सर्ब निरंतर जानिया। रहाओ सब जी तेरे दयाला, अपने भगत करें प्रतिपला। अचरज तेरी वडियाई, नित नानक नाम ते आई। सब जी तेरे दयाल, अपने भगत करें प्रतिपला। अचरज तेरी वडियाई, नित नानक नाम ते आई। वाहिगुरु जी का खालसा, वाहिगुरु जी की फतेह। सतनाम। धन वाहिगुरु साहिब जियो, भादों भरम पुलाणिया, दूजे लगा हेत। लख श्रृंगार बनाया, कारज नहीं केत। भादों परम पुलाणिया, दूजे लगा हेत। लख श्रृंगार बनाया, कारज नहीं केत। जेत दिन देह बिनस सी, तेत वेल है कैसन प्रेत। पकड़ चलायन दूत जम, किसे ना देनी पेत। साडा खड़ो तैखने माहे, जिन स्यों लगा हेत।
हाथ मरोड़े तन कपे स्याह हुआ सेत जेहा विजय सोलुणे कर्मा संदड़ा खेत नानक प्रभ शरणागति चरण बोएत प्रभ देत से पादों नरक न पाइय गुर रखण वाला हेत नानक प्रभ शरणागति चरण बोएत प्रभ देत से पादों नरक न पाइय गुर रखण वाला हेत वाहेगुरु जी का खालसा वाहेगुरु जी की फतेह। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ पाद पंकज बंदन सिमरो अंगद दोख निकंदन अमरदास गुर हृदय ध्यावा श्री गुरु रामदास गुण गावा श्री अर्जन विघ्नन के नाशक हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरौ तरा पर पुन पुन सीसा बंदो बार बार जगतीसा गुरु नानक परसोतमं परम पुरावर नाथ
ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਜੁਗਲ ਚਰਨ ਮਮ ਬੰਦਨਾ, ਦਰ ਪਰ ਦਰ ਕਰ ਮਾਥ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਪਾਤਸ਼ਾਹ ਜੀਆਂ ਦੀ ਕਿਰਪਾ ਦੇ ਸਦਕਾ ਪਾਵਨ ਹਜ਼ੂਰੀ ਦੇ ਅੰਦਰ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰਚਿਤ ਕਰਦਿਆਂ ਹੋਇਆਂ ਅਦਬੋ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਸੀ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਸੰਗਤਾਂ ਨੂੰ ਪਾਵਨ ਰੱਬੀ ਗਿਆਨ ਰੱਬੀ ਉਪਦੇਸ਼ ਬਖਸ਼ ਰਹੇ ਨੇ ਤੇ ਉੱਥੇ ਹੀ ਤਪੇ ਨਾਮ ਦਾ ਜੋ ਸਾਧੂ ਸੀ ਉਹ ਰਹਿੰਦਾ ਏ। ਹਜ਼ੂਰ ਜੀ ਦੇ ਖਿਲਾਫ ਕਈ ਤਰ੍ਹਾਂ ਦੇ ਇਹਨੇ ਲਫ਼ਜ਼ ਕਹਿ ਕਰਕੇ ਖੈਰੇ ਗੋਤ ਦੇ ਜੋ ਕਿਸਾਨ ਸਨ ਉਹਨਾਂ ਨੂੰ ਪਾਤਸ਼ਾਹ ਜੀਆਂ ਦੇ ਪਾਸ ਇਹਨੇ ਭੇਜਿਆ ਕਿ ਜਿੰਨਾ ਚਿਰ ਇਹ ਇਸ ਥਾਂ ਤੇ ਰਹਿਣਗੇ ਉਹਨਾਂ ਚਿਰ ਇੱਥੇ ਮੀਂਹ ਨਹੀਂ ਪਵੇਗਾ। ਇਹਨਾਂ ਨੇ ਆਣ ਕੇ ਪਾਤਸ਼ਾਹ ਜੀ ਨੂੰ ਕਾਫੀ ਤਰਕ ਦੇ ਆਧਾਰ ਤੇ ਭਾਵ ਕੇ ਮੰਦੇ ਚੰਗੇ ਜਿੱਦਾਂ ਦੀ ਇਹਨਾਂ ਦੀ ਬੁੱਧੀ ਸੀ, ਜਿੱਦਾਂ ਦੀ ਇਹਨਾਂ ਦੀ ਸੋਚ, ਜਿਸ ਤਰ੍ਹਾਂ ਦੀ ਇਹਨਾਂ ਦੀ ਸਮਝ, ਉਸੇ ਤਰ੍ਹਾਂ ਦਾ ਬਚਨ ਜਿਹੜੇ ਉਸੇ ਤਰ੍ਹਾਂ ਦੀਆਂ ਗੱਲਾਂ ਸਤਿਗੁਰੂ ਜੀ ਨੂੰ ਕਹਿ ਰਹੇ ਨੇ। ਹੁਣ ਦੇਖੋ ਜਿਵੇਂ ਤਪੇ ਨੇ ਇਹਨਾਂ ਨੂੰ ਪੂਰਨ ਤੌਰ ਤੇ ਡਰਾਇਆ ਹੋਇਆ ਸੀ ਕਿ ਜੇਕਰ ਇਹਨਾਂ ਨੂੰ ਪਿੰਡ ਦੇ ਵਿੱਚੋਂ ਨਾ ਕੱਢਿਆ ਤੁਸੀਂ ਤੇ ਤੁਹਾਡੇ ਪਿੰਡ ਦੇ ਵਿੱਚ ਕਾਲ ਪੈ ਜਾਵੇਗਾ। ਹੁਣ ਜਿਸ ਤਰ੍ਹਾਂ ਇੱਕ ਬੱਚੇ ਨੂੰ ਕੁਝ ਗੱਲਾਂ ਜਿਹੜੀਆਂ ਸਿਖਾ ਦਿੰਦੇ ਨੇ ਨਾ, ਬੱਚਾ ਹੂਬਹੂ ਉਸੇ ਤਰ੍ਹਾਂ ਉਹ ਗੱਲਾਂ ਨੂੰ ਬੋਲ ਦਿੰਦਾ ਹੈ। ਕਹਿੰਦੇ ਬਿਲਕੁਲ ਜਿਸ ਤਰ੍ਹਾਂ ਤਪੇ ਨੇ ਇਹਨਾਂ ਨੂੰ ਡਰਾ ਕੇ ਇਹਨਾਂ ਨੇ ਮਨ ਦੇ ਵਿੱਚ ਇਹ ਵਹਿਮ ਭਰ ਦਿੱਤਾ ਸੀ ਕਿ ਤੁਹਾਡੇ ਕਾਲ ਪੈ ਜਾਣਾ ਜੇ, ਆਉਣ ਵਾਲੀ ਪੀੜ੍ਹੀ ਲਈ ਤੁਸੀਂ ਕੁਝ ਨਹੀਂ ਕਰ ਸਕਣਾ, ਖੇਤੀ ਤੁਹਾਡੇ ਕੋਲ ਹੋਣੀ ਨਹੀਂ ਹੈ, ਰਾਸ਼ਨ ਤੁਹਾਡੇ ਪਾਸ ਹੋਵੇਗਾ ਨਹੀਂ, ਅਨਾਜ ਨਹੀਂ ਹੋਵੇਗਾ ਤੇ ਆਪਣੇ ਬੱਚਿਆਂ ਨੂੰ ਖਵਾਓਗੇ ਕੀ ਤੁਸੀਂ, ਤੁਹਾਡੀ ਤੇ ਆਉਣ ਵਾਲੀ ਪੀੜ੍ਹੀ ਨਾਸ ਹੋ ਜਾਵੇਗੀ। ਇਸ ਕਰਕੇ ਹੁਣ ਇਹ 10-12 ਮੰਦ ਬੁੱਧੀ ਦੇ ਲੋਕ ਜਿਹੜੇ ਨੇ ਉਹ ਪਾਤਸ਼ਾਹ ਜੀ ਦੇ ਪਾਸ ਜਾਂਦੇ ਨੇ, ਕਹਿੰਦੇ ਕਿ ਤੁਸੀਂ ਇਸ ਨਗਰ ਤੋਂ ਬਾਹਰ ਜਾਣਾ ਕਰੋ। ਸਾਨੂੰ ਤਪੇ ਨੇ ਇਹ ਦੱਸ ਦਿੱਤਾ ਹੈ ਕਿ ਉਹਨਾਂ ਚਿਰ ਇੱਥੇ ਬਰਖਾ ਨਹੀਂ ਪੈ ਸਕਦੀ, ਮੀਂਹ ਨਹੀਂ ਪੈ ਸਕਦਾ ਜਿੰਨਾ ਚਿਰ ਤੁਸੀਂ ਇਸ ਜਗ੍ਹਾ ਤੇ ਜੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਤੇ ਸਿਰਫ ਤੁਹਾਡੇ ਮਨ ਦਾ ਖਿਆਲ ਹੈ ਜਾਂ ਉਹਦੇ ਮਨ ਦਾ ਖਿਆਲ ਹੈ, ਅਸੀਂ ਕੋਈ ਵਰਖਾ ਰੋਕੀ ਥੋੜ੍ਹੀ ਹੈ, ਮੀਂਹ ਰੋਕਿਆ ਥੋੜ੍ਹੀ ਹੈ। ਇਹਨਾਂ ਨੇ ਆਖਿਆ ਨਾ ਕੀਤਾ, ਕਹਿੰਦੇ ਕਿ ਸਾਡੀਆਂ ਫਸਲਾਂ ਜਿਹੜੀਆਂ ਨੁਕਸਾਨ ਹੋ ਜਾਵੇਗਾ, ਕਾਲ ਪੈ ਜਾਵੇਗਾ, ਮੀਂਹ ਨਾ ਪਿਆ ਤੇ ਸਾਡੇ ਪਾਸ ਅਨਾਜ ਨਹੀਂ ਹੋਣਾ। ਹਜ਼ੂਰ ਜੀ ਨੇ ਬੜੇ ਸੁੰਦਰ ਲਫ਼ਜ਼ਾਂ ਦੇ ਨਾਲ ਕਿਹਾ, ਕਹਿਣ ਲੱਗੇ ਭਾਈ ਪ੍ਰਮਾਤਮਾ ਦਾ ਕੰਮ ਹੈ, ਉਹ ਹਜ਼ੂਰ ਅਕਾਲ ਪੁਰਖ ਦਾ ਕੰਮ ਹੈ ਕਿ ਕਿਸ ਤਰ੍ਹਾਂ ਕਿੰਨੀ ਮਾਤਰਾ ਦੇ ਵਿੱਚ ਕਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭਨਾਂ ਨੂੰ ਦੇਣਾ ਹੈ। ਫਿਕਰ ਉਹਨੂੰ ਹੈ, ਤੁਹਾਨੂੰ ਫਿਕਰ ਕਰਨ ਦੀ ਕੀ ਲੋੜ ਹੈ। ਪਰ ਇਹ ਤਾਂ ਵੀ ਕਹਿੰਦੇ ਨੇ ਕਿ ਆਪਣੀ ਮੱਤ ਦੇ ਹਿਸਾਬ ਦੇ ਨਾਲ, ਆਪਣੀ ਬੁੱਧ ਦੇ ਹਿਸਾਬ ਦੇ ਨਾਲ ਜਿਵੇਂ ਇਹਨਾਂ ਨੂੰ ਡਰਾਇਆ ਗਿਆ ਹੈ ਉਸੇ ਤਰ੍ਹਾਂ ਇਹ ਗੱਲਾਂ ਕਰ ਰਹੇ ਨੇ। ਆਓ ਅੱਗੇ ਕਵੀ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ
ਦੁਖ ਕੋ ਪਾਈ ਦੀਨ ਹੋਏ ਜਾਹੇ, ਦਇਓ ਪ੍ਰਭੂ ਨੇ ਕਹੇ ਬਿਲ ਲਾਏ। ਈਸ਼ਵਰ ਬਿਖੈ ਅਰੋਪਹਿ ਦੋਸ਼, ਨਿਜ ਕਰਮਨ ਗਤ ਕੀ ਨਹਿ ਹੋਸ਼। ਕਹਿੰਦੇ ਨੇ ਕਿ ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਐਸੇ ਵੀ ਇਨਸਾਨ ਨੇ, ਕਹਿੰਦੇ ਈਸ਼ਵਰ ਨੂੰ ਦੋਸ਼ ਦਈ ਜਾਂਦੇ ਨੇ, ਪਰਮਾਤਮਾ ਨੂੰ ਹੀ ਦੋਸ਼ ਦਈ ਜਾਂਦੇ ਨੇ, ਪਰ ਹਾਂ ਇਹਨਾਂ ਨਹੀਂ ਨਿਜ ਕਰਮਨ ਗਤ ਕੀ ਨਹਿ ਹੋਸ਼। ਉਹਨਾਂ ਨੂੰ ਆਪਣੇ ਨਿਜ ਕਰਮਾਂ ਦੀ ਹੋਸ਼ ਹੀ ਨਹੀਂ ਹੈ। ਜੋ ਨਿਜ ਦੇ ਉਹਨਾਂ ਦੇ ਕੰਮ ਹੈ, ਜਿਸ ਤਰ੍ਹਾਂ ਦਾ ਕੰਮ ਕਰਦੇ ਨੇ ਉਸੇ ਤਰ੍ਹਾਂ ਦਾ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ। ਕਹਿੰਦੇ ਆਪਣੇ ਨਿਜ ਦੇ ਜਿਹੜੇ ਕਰਮ ਨੇ, ਕੰਮ ਨੇ, ਉਹਨਾਂ ਦੀ ਕੋਈ ਹੋਸ਼ ਨਹੀਂ ਹੈ। ਪ੍ਰਾਨੀ ਕਰਮ ਕਰਤ ਨਿਜ ਜਥਾ, ਫਲ ਦੇ ਪ੍ਰਭੂ ਦੇ ਕਰ ਤਥਾ। ਦੁਖ ਸੁਖ ਜਗਤ ਨਾਥ ਕੇ ਹਾਥਾ, ਸੁਮਤ ਲਖੇ ਦੋਸ਼ ਨਿਜ ਸਾਥਾ। ਕਵੀ ਜੀ ਕਹਿ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਪ੍ਰਾਨੀ ਕਰਮ ਕਰਤ ਨਿਜ ਜਥਾ, ਕਿ ਪ੍ਰਾਣੀ ਦਾ ਕਰਮ ਹੈ। ਕਹਿੰਦੇ ਕਿ ਜਿਹੋ ਜਿਹੇ ਕੰਮ ਕਰਦਾ ਏ ਤੇ ਫਲ ਵੀ ਪ੍ਰਮਾਤਮਾ ਉਹਨੂੰ ਉਹੋ ਜਿਹਾ ਹੀ ਫਿਰ ਦਿੰਦਾ ਏ। ਦੁੱਖ ਸੁੱਖ ਜਗਤ ਨਾਥ ਕੀ ਹਾਥਾ। ਜੇਕਰ ਅੱਜ ਦੁੱਖ ਤੁਹਾਡੇ ਤੇ ਭਾਈ ਆਇਆ ਏ, ਤੁਹਾਡੀਆਂ ਫਸਲਾਂ ਤੇ ਸੰਕਟ ਦੀ ਘੜੀ ਆਈ ਹੈ, ਇਹ ਨਹੀਂ ਕਿ ਜਦੋਂ ਦੇ ਅਸੀਂ ਇੱਥੇ ਵਸ ਰਹੇ ਹਾਂ ਉਦੋਂ ਦੀ ਵਰਸ਼ਾ ਨਹੀਂ ਹੋ ਰਹੀ। ਕਿੰਨਾ ਸਮਾਂ ਇੱਥੇ ਲੰਘ ਗਿਆ ਸਾਨੂੰ ਰਹਿੰਦਿਆਂ, ਅਸੀਂ ਵੀ ਵੇਖਿਆ ਏ ਕਿ ਜਿਸ ਟਾਈਮ ਦੇ ਉੱਤੇ ਮੀਂਹ ਆਉਂਦਾ ਏ, ਮੀਂਹ ਆਉਣ ਦੇ ਨਾਲ ਫਸਲਾਂ ਹਰੀਆਂ ਭਰੀਆਂ ਹੋ ਜਾਂਦੀਆਂ ਨੇ। ਇਹ ਕੋਈ ਜ਼ਰੂਰੀ ਥੋੜ੍ਹੀ ਹੈ ਕਿ ਤੁਸੀਂ ਜਾਂ ਤੁਹਾਨੂੰ ਤਪੇ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦੇਵੋ ਤੇ ਉਸੇ ਦਿਨ ਹੀ ਮੀਂਹ ਪੈ ਜਾਵੇਗਾ ਜਾਂ ਉਸੇ ਟਾਈਮ ਹੀ ਮੀਂਹ ਪੈ ਜਾਵੇਗਾ। ਇਸ ਕਰਕੇ ਸੁਮਤ ਲਖੇ ਦੋਸ਼ ਨਿਜ ਸਾਥਾ। ਕਹਿਣ ਲੱਗੇ ਨੇ ਇਹ ਦੁੱਖ ਤੇ ਸੁੱਖ ਇਹ ਤੇ ਕਰਮਾਂ ਦੀ ਖੇਡ ਹੈ ਭਾਈ। ਇਸ ਕਰਕੇ ਦੋਇਨ ਮਹਿ ਪ੍ਰਭ ਕੋ ਸਿਮਰੰਤੇ, ਜਾਣਹਿ ਕਰਮਨ ਫਲ ਉਪਜੰਤੇ। ਕਹਿੰਦੇ ਇਹ ਦੋਹਾਂ ਅਵਸਥਾ ਦੇ ਵਿੱਚ ਜੋ ਰਹਿਣ ਵਾਲਾ ਇਨਸਾਨ ਹੈ ਉਹ ਪ੍ਰਮਾਤਮਾ ਨੂੰ ਸਦਾ ਹੀ ਸਿਮਰਦਾ ਹੈ। ਦੋਹਾਂ ਅਵਸਥਾ ਦੇ ਵਿੱਚ ਕਿਵੇਂ? ਇੱਕ ਹੈ ਦੁੱਖ ਤੇ ਦੂਜਾ ਹੈ ਸੁੱਖ। ਕਹਿੰਦੇ ਇਹਨਾਂ ਦੋਹਾਂ ਦੇ ਵਿੱਚ ਰਹਿਣ ਵਾਲਾ ਜਾਣਹਿ ਕਰਮ ਫਲ ਉਪਜੰਤੇ, ਉਹ ਜਾਣਦਾ ਹੈ ਕਿ ਫਲ ਦੇਣਾ ਪਰਮਾਤਮਾ ਦਾ ਕੰਮ ਹੈ। ਉਹਨੇ ਸਾਡੇ ਲਈ ਹਰੇਕ ਗੱਲ ਜਿਹੜੀ ਹੈ, ਹਰੇਕ ਘਟਨਾ ਜਿਹੜੀ ਹੈ ਉਹ ਪਰਮਾਤਮਾ ਵਾਹਿਗੁਰੂ ਜਾਣਦਾ ਹੈ। ਤਿਸ ਕੋ ਪੁਰਖਨ ਮਹਿ ਕਹਿ ਧੀਰਾ, ਪਰਮੇਸ਼ਰ ਕੋ ਲਖੇ ਗਹੀਰਾ। ਕਹਿੰਦੇ ਨੇ ਕਿ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਧੀਰਜ ਦੇਣਾ ਚਾਹਿਆ, ਭਾਵ ਇਹਨਾਂ ਨੂੰ ਸਮਝਾਉਣਾ ਚਾਹਿਆ। ਕਹਿੰਦੇ ਕਿ ਤੁਸੀਂ ਧੀਰਜਵਾਨ ਬਣੋ, ਸਿਆਣੇ ਬਣੋ। ਜਿਹਦੇ ਮਗਰ ਤੁਸੀਂ ਲੱਗੇ ਫਿਰਦੇ ਹੋ ਉਹਦੇ ਪਾਸ ਤੇ ਆਪ ਕੁਛ ਹੈ ਨਹੀਂ ਸਿਵਾਏ ਈਰਖਾ ਤੋਂ, ਤੇ ਉਹੀ ਈਰਖਾ ਤੁਸੀਂ ਆਣ ਕੇ ਇਸ ਅਸਥਾਨ ਤੇ ਕਰ ਰਹੇ ਹੋ। ਸੁਨ ਕੇ ਗੁਰ ਕੇ ਬਚ ਸੁਖ ਸਾਰ, ਪੁਨਹਿ ਭਨੀ ਪੁਰਖਾ ਕ੍ਰਿਤਕਾਰ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਸ ਟਾਈਮ ਦੇ ਉੱਤੇ ਇਹ ਗੱਲਾਂ ਪਾਤਸ਼ਾਹ ਜੀ ਇਹ ਬਚਨ ਇਹਨਾਂ ਨੂੰ ਸਮਝਾ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਜੋ ਭੁੱਲੇ ਫਿਰਦੇ ਨੇ ਇਹ ਅਸਲ ਆਪਣੇ ਰਸਤੇ ਤੇ ਫਿਰ ਮੁੜ ਕੇ ਆ ਜਾਣ। ਗੁਰੂ ਨਾਨਕ ਦੇ ਘਰ ਦੀ ਅਜ਼ਮਤ ਤੋਂ ਇਹ ਭੁੱਲ ਗਏ ਨੇ, ਫਿਰ ਗੁਰੂ ਨਾਨਕ ਦੇ ਘਰ ਦੀ ਅਜ਼ਮਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਣ, ਗੁਰੂ ਦੇ ਬਚਨ ਨੂੰ ਧਾਰਨ ਕਰ ਲੈਣ। ਕਹਿੰਦੇ ਇਸ ਤਾਂ ਹੀ ਕਰਕੇ ਪਾਤਸ਼ਾਹ ਜੀ ਨੇ ਇਹਨੇ ਬਚਨ ਇਹਨਾਂ ਨੂੰ ਮੁਖਾਰਬਿੰਦ ਹੋ ਕੇ ਬਚਨ ਕਹੇ ਨੇ। ਪਰ ਕਹਿੰਦੇ ਨੇ ਉਸ ਉਹਨਾਂ ਦੇ ਦਿਮਾਗ ਦੇ ਵਿੱਚ ਤੇ ਕੋ ਕਬ ਸੁਨੈ ਨਾ ਗਿਆਨ ਤੁਮਾਰੋ, ਮਤ ਸਭ ਕੋ ਤੁਮ ਨਿਕਸ ਸਿਧਾਰੋ। ਕਹਿੰਦੇ ਇਹ ਸਗੋਂ ਅੱਗੋਂ ਹੋ ਕੇ ਪਾਤਸ਼ਾਹ ਜੀ ਨੂੰ ਇਹ ਕਹਿ ਰਹੇ ਨੇ, ਕਹਿੰਦਾ ਕਿ ਤੁਹਾਡੇ ਇੱਥੇ ਗਿਆਨ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਜੇਕਰ ਤੁਸੀਂ ਇਹ ਗਿਆਨ ਸਾਨੂੰ ਸਮਝਾਉਣਾ ਚਾਹੁੰਦੇ ਜੇ ਨਾ, ਇਹ ਗਿਆਨ ਦੀਆਂ ਗੱਲਾਂ ਸਾਨੂੰ ਸਮਝਾ ਰਹੇ ਜੇ ਤੇ ਅਸੀਂ ਇਹਨਾਂ ਦੇ ਗੱਲਾਂ ਵਿੱਚ ਆਉਣ ਵਾਲੇ ਨਹੀਂ। ਇਹ ਗਿਆਨ ਦੀਆਂ ਗੱਲਾਂ ਜਿਹੜੀਆਂ ਤੁਸੀਂ ਸਾਨੂੰ ਸਿਖਾ ਰਹੇ ਹੋ, ਸਾਨੂੰ ਸਮਝਾ ਰਹੇ ਹੋ, ਅਸੀਂ ਇਹਨਾਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ। ਮਤ ਸਭ ਕੋ ਤੁਮ ਨਿਕਸ ਸਿਧਾਰੋ। ਇਸ ਕਰਕੇ ਸਾਡਾ ਸਭਨਾਂ ਦਾ ਮਤ ਹੈ, ਭਾਵ ਕਿ ਅਸੀਂ ਸਭਨਾਂ ਨੇ ਇਹ ਸਲਾਹ ਕੀਤੀ ਹੈ ਕਿ ਬਸ ਤੁਸੀਂ ਇਸ ਜਗ੍ਹਾ ਨੂੰ ਛੱਡ ਕੇ ਇੱਥੋਂ ਚਲੇ ਜਾਵੋ, ਹੋਰ ਅਸੀਂ ਕੁਝ ਨਹੀਂ ਸੁਣਨਾ। ਨਾਹੀਂ ਤਾਂ ਗਹਿ ਕੈ ਬਾਹ ਤੁਮਾਰੀ, ਤੂਰਨ ਬਲ ਕਰ ਦੇਹ ਨਿਕਾਰੀ। ਤਪੇ ਬਖਾਨਿਓ ਹਟਹਿ ਸੁਨਾਹੀ, ਬਾਤੈ ਆਨ ਬਨਾਵਹੁ ਕਾਹੀ।
ਕਹਿੰਦੇ ਨੇ ਕਿ ਕੁਝ ਤੇ ਇੱਥੋਂ ਤੱਕ ਉਤਰ ਆਏ, ਭਾਵ ਕਿ ਇੰਨੀ ਸਮਝ ਨਹੀਂ ਰਹੀ ਕਿ ਅਸੀਂ ਬਚਨ ਕਿਹਦੇ ਨਾਲ ਕਰ ਰਹੇ ਹਾਂ, ਕਿਹਦੇ ਸਨਮੁਖ ਹੋ ਕਰਕੇ ਇਹ ਕਹਿ ਰਹੇ ਹਾਂ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹਾ ਨਾਹੀਂ ਤਾਂ ਗਹਿ ਕੇ ਬਾਹ ਤੁਮਾਰੀ, ਕਹਿੰਦੇ ਕਿ ਨਹੀਂ ਤਾਂ ਤੁਹਾਡੀ ਬਾਹ ਤੋਂ ਫੜ ਕੇ ਫਿਰ ਕਹਿੰਦੇ ਨੇ ਕਿ ਨਾਲ ਹੀ ਤੁਹਾਨੂੰ ਇਸ ਪਿੰਡ ਤੋਂ ਬਾਹਰ ਕਰ ਦੇਵਾਂਗੇ। ਵੇਖੋ ਕਿਸ ਤਰ੍ਹਾਂ ਦੇ ਬਚਨ, ਇੱਕ ਸਿਰਫ ਇਨਸਾਨ ਦੇ ਪਿੱਛੇ ਲੱਗ ਕੇ ਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਦੇ ਇਹ ਬਚਨ ਕਹਿ ਰਹੇ ਨੇ, ਤੂਰਨ ਬਲ ਕਰ ਦੇਹ ਨਿਕਾਰੀ। ਕਹਿੰਦੇ ਕਿ ਫਿਰ ਜ਼ਬਰਦਸਤੀ ਸਾਨੂੰ ਤੁਹਾਨੂੰ ਇਸ ਨਗਰ ਦੇ ਵਿੱਚੋਂ ਬਾਹਰ ਕੱਢਣਾ ਪਵੇਗਾ। ਇਸ ਕਰਕੇ ਬਿਹਤਰ ਇਹੀ ਹੈ, ਸਲਾਹ ਤੁਹਾਨੂੰ ਇਹੀ ਦਿੰਦੇ ਆ ਕਿ ਤੁਸੀਂ ਆਪ ਹੀ ਇਸ ਨਗਰ ਨੂੰ ਛੱਡ ਕੇ ਜਾਣਾ ਕਰੋ। ਇਸ ਕਰਕੇ ਤਪੇ ਬਨਾਇਓ ਹਟੇ ਸੁਨਾਹੀ। ਇਹ ਕਹਿਣ ਲੱਗੇ ਕਿ ਸਾਨੂੰ ਪਤਾ ਸੀ, ਕਿਉਂਕਿ ਤਪੇ ਨੇ ਸਾਨੂੰ ਇਹ ਗੱਲ ਪਹਿਲਾਂ ਹੀ ਕਹਿ ਕੇ ਘੱਲੀ ਹੈ ਕਿ ਜਿਸ ਟਾਈਮ ਦੇ ਉੱਤੇ ਤੁਸੀਂ ਉਹਨਾਂ ਦੇ ਪਾਸ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ, ਉਹਨਾਂ ਨੇ ਤੁਹਾਨੂੰ ਅੱਗੋਂ ਆਪਣੀਆਂ ਗੱਲਾਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਜੋ ਉਹਨਾਂ ਦੇ ਪਾਸ ਗਿਆਨ ਹੈ, ਜੋ ਉਹਨਾਂ ਦੇ ਪਾਸ ਸਿੱਖਿਆ ਹੈ, ਉਹ ਜ਼ਰੂਰ ਤੁਹਾਨੂੰ ਸਮਝਾਉਣਗੇ। ਇਸ ਕਰਕੇ ਬਾਤੇਂ ਆਨ ਬਨਾਵੋ ਕਾਹੀ। ਕਹਿੰਦੇ ਕਿ ਤਪੇ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਹਨਾਂ ਨੇ ਗੱਲਾਂ ਬਣਾਉਣੀਆਂ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਨਗਰ ਦੇ ਵਿੱਚ ਰਹਿਣਾ ਕਰੀਏ। ਸ਼੍ਰੀ ਅੰਗਦ ਸੁਨ ਬਹੁਤ ਬਿਨ ਕਾਸੇ, ਬੁੱਢੇ ਸੋ ਅਸਬਾਕ ਬਖਾਨੇ। ਉਠਾਵੋ ਪਰਯੰਕ ਹਮਾਰੋ, ਹਮ ਤੇ ਇਨਕੋ ਹੋਤ ਬਿਗਾਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀਨ ਦੁਨੀਆ ਦੇ ਮਾਲਕ, ਗਰੀਬਾਂ ਨੂੰ ਨਿਵਾਜਣ ਵਾਲੇ, ਹਜ਼ੂਰ ਜੀ ਨੇ ਜਦੋਂ ਇਹ ਬਚਨ ਇਹਨਾਂ ਨੇ ਪਾਸੋਂ ਸੁਣੇ, ਮਹਾਰਾਜ ਜੀ ਥੋੜਾ ਜਿਹਾ ਮੁਸਕਰਾ ਕੇ ਉਸ ਟਾਈਮ ਦੇ ਉੱਤੇ ਕਵੀ ਜੀ ਕਹਿੰਦੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਜੋ ਕਿ ਪਾਤਸ਼ਾਹ ਜੀ ਦੇ ਪਾਸ ਨੇ, ਇਹਨਾਂ ਨੇ ਬਚਨ ਕਹਿਣ ਲੱਗੇ ਉਠਾਵੋ ਪਰਯੰਕ ਹਮਾਰੋ, ਭਾਵ ਕਿ ਜਿਸ ਜਗ੍ਹਾ ਤੇ ਜਿਸ ਮੰਜੇ ਤੇ ਬੈਠੇ ਸਨ, ਜਿਸ ਪਲੰਘ ਤੇ ਬੈਠੇ ਸਨ, ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ, ਇਸ਼ਾਰਾ ਕੀਤਾ, ਕਹਿੰਦੇ ਕਿ ਇਸ ਪਲੰਘ ਨੂੰ, ਭਾਵ ਕਿ ਇਹਨੂੰ ਹੁਣ ਉਠਾਉਣਾ ਕਰੋ ਇਥੋਂ। ਜੇਕਰ ਇਹ ਚਾਹੁੰਦੇ ਨੇ ਕਿ ਅਸੀਂ ਇਸ ਜਗ੍ਹਾ ਤੋਂ ਚਲੇ ਜਾਈਏ ਤੇ ਇਹਨਾਂ ਦਾ ਕੁਝ ਸੌਰਦਾ ਏ ਤੇ ਇਹਦੇ ਵਿੱਚ ਸਾਨੂੰ ਅੜਿੱਕਣ ਨਹੀਂ ਪਾਉਣੀ ਚਾਹੀਦੀ। ਇਹਨਾਂ ਦੇ ਕਾਰਜ ਵਿੱਚ ਸਾਨੂੰ ਕੋਈ ਵੀ ਹੱਕ ਨਹੀਂ ਹੈ ਕਿ ਅਸੀਂ ਕੋਈ ਅੜਚਣ ਪਾਈਏ। ਇਹਨਾਂ ਦਾ ਕਾਰਜ ਕੋਈ ਰੁਕਣਾ ਨਹੀਂ ਚਾਹੀਦਾ। ਹਮ ਤੇ ਇਨਕੋ ਹੋਤ ਨਿਗਾਰੋ, ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਇੱਥੇ ਰਹਿਣ ਦੇ ਨਾਲ ਇਹਨਾਂ ਦਾ ਕੋਈ ਨੁਕਸਾਨ ਹੋਵੇ। ਬਾਅਦ ਦੇ ਵਿੱਚ ਇਹ ਕਹਿਣ ਕਿ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਕਰਕੇ ਸਾਡਾ ਇੰਨਾ ਨੁਕਸਾਨ ਹੋ ਗਿਆ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਾਣੀ ਜਾਣ ਨੇ, ਸਭ ਕੁਝ ਜਾਣਨ ਵਾਲੇ ਨੇ। ਸਿਰਫ ਇਹਨਾਂ ਨੂੰ ਇਹਨਾਂ ਨੇ ਅਸਲ ਤੋਂ ਜਾਣੂ ਕਰਵਾਉਣਾ ਸੀ ਭਾਈ, ਜਿਹਦੇ ਪਿੱਛੇ ਲੱਗ ਕੇ ਤੁਸੀਂ ਇਸ ਤਰ੍ਹਾਂ ਦੇ ਬਚਨ ਕਹਿ ਰਹੇ ਹੋ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹੋ ਕਿ ਉਸ ਟਾਈਮ ਦੇ ਉੱਤੇ ਉਹਨੇ ਤੁਹਾਡਾ ਸਾਥ ਦਿੱਤਾ। ਜਿਹੜੀਆਂ ਗੱਲਾਂ ਉਹਨੇ ਕਹੀਆਂ ਸੀ, ਉਹ ਗੱਲਾਂ ਤੇ ਉਹ ਤਪਾ ਪੂਰਾ ਉਤਰਿਆ ਜਾਂ ਨਹੀਂ ਉਤਰਿਆ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਦੇ ਤਰੀਕੇ ਬਹੁਤ ਨੇ ਪਾਤਸ਼ਾਹ ਜੀ ਦੇ ਪਾਸ। ਕਹਿੰਦੇ ਨੇ ਕਿ ਹੁਣ ਮਹਾਰਾਜ ਜੀ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਸਾਡਾ ਇਹ ਪਲੰਘ ਹੈ, ਜਿਹੜਾ ਮੰਜਾ ਹੈ, ਇਹਨੂੰ ਉਠਾਉਣਾ ਕਰੋ। ਜੰਗਲ ਮੈਂ ਇੱਕ ਡੀਹ ਪੁਰਾਣੀ, ਖਾਨ ਰਜਾਦਾ ਨਾਮ ਬਖਾਨੀ। ਹਜ਼ੂਰ ਜੀ ਕਹਿੰਦੇ ਨੇ ਕਿ ਜੰਗਲ ਦੇ ਵਿੱਚ ਇੱਕ ਡੀਹ ਪੁਰਾਣੀ, ਵੈਸੇ ਇੱਥੇ ਕੁਝ ਵਿਦਵਾਨਾਂ ਨੇ ਥੇ ਵੀ ਲਿਖਿਆ ਹੈ ਕਿ ਹਜ਼ੂਰ ਜੀ ਨੇ ਆਖਿਆ ਕਿ ਇੱਕ ਥੇ ਪੁਰਾਣਾ ਥੇ ਹੈ ਖਾਨ ਰਾਏ ਜਾਦੇ ਦਾ। ਉਸ ਜਗ੍ਹਾ ਤੇ ਸਿੰਘਾਂ ਨੂੰ ਆਖਿਆ ਨਾਲ ਰਹਿ ਰਹੇ ਨੇ ਜੋ ਪਾਸ ਹਨ ਸਤਿਗੁਰੂ ਜੀ ਨੇ, ਬਾਬਾ ਬੁੱਢਾ ਜੀ ਨੂੰ ਆਖਿਆ, ਕਹਿੰਦੇ ਕਿ ਨਾਮ ਬਖਾਨੀ, ਉਹਦਾ ਨਾਮ ਕਹਿ ਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਥੇ ਦੇ ਉੱਤੇ ਜੰਗਲ ਦੇ ਵਿੱਚ ਇਸ ਪਲੰਘ ਨੂੰ ਜਾ ਕੇ ਰੱਖਣਾ ਕਰੋ। ਚਲੋ ਤਹਾਂ ਹਮ ਰਹੇ ਇਕੰਤ, ਸ਼ੁਭਤ ਇਕੰਤੇ ਸੰਤ ਮਹੰਤ। ਕਹਿਣ ਲੱਗੇ ਕਿ ਹੁਣ ਇੱਥੇ ਸਾਡਾ ਬਾਹਲਾ ਟਾਈਮ ਰਹਿਣਾ ਠੀਕ ਨਹੀਂ ਹੈ। ਜੇਕਰ ਇਹ ਚਾਹੁੰਦੇ ਨੇ ਕਿ ਅਸੀਂ ਇੱਥੋਂ ਚਲੇ ਜਾਈਏ ਤੇ ਇਹਨਾਂ ਨੇ ਗੱਲ ਮੰਨ ਕੇ ਅਸੀਂ ਉਸ ਇਕਾਂਤ ਜਗ੍ਹਾ ਦੇ ਵਿੱਚ ਰਹਿਣ ਨੂੰ ਤਿਆਰ ਹੋ ਜਾਂਦੇ ਹਾਂ, ਉਸ ਜਗ੍ਹਾ ਜਾਣ ਨੂੰ ਅਸੀਂ ਤਿਆਰ ਹੋ ਜਾਂਦੇ ਹਾਂ। ਹਾਂ, ਉਹ ਜਗ੍ਹਾ ਬਿਲਕੁਲ ਇਕਾਂਤ ਵਾਸ ਹੈ, ਉੱਥੇ ਨਾ ਕਿਸੇ ਦਾ ਸ਼ੋਰ ਹੈ, ਨਾ ਕੋਈ ਸ਼ਰਾਬਾ,
ਨਾ ਤੇ ਕੋਈ ਸਾਡੇ ਪਾਸ ਆਣ ਕੇ ਇਹਨਾਂ ਦਾ ਹੀ ਕੋਈ ਆ ਸਕਦਾ ਹੈ। ਇਸ ਕਰਕੇ ਇਹ ਜੋ ਬਾਰ-ਬਾਰ ਆਣ ਕੇ ਸਾਨੂੰ ਇਸ ਤਰ੍ਹਾਂ ਦੀਆਂ ਭਾਵ ਕਿ ਇਸ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਜਾਣ ਲਈ ਕਹਿ ਰਹੇ ਨੇ, ਇਸ ਕਰਕੇ ਹੁਣ ਇਉਂ ਲੱਗਦਾ ਹੈ ਕਿ ਇਹਨਾਂ ਦੇ ਲਈ ਜੋ ਇਹ ਕਹਿ ਰਹੇ ਨੇ, ਇਹਨਾਂ ਦੇ ਕਹੇ ਹੋਈਆਂ ਗੱਲਾਂ ਦੇ ਉੱਤੇ ਇਹਨਾਂ ਦੇ ਬਚਨ ਸਾਨੂੰ ਮੰਨ ਲੈਣੇ ਚਾਹੀਦੇ ਨੇ। ਕਿਉਂ? ਕਿਉਂਕਿ ਇਹਨਾਂ ਦਾ ਨੁਕਸਾਨ ਹੋ ਰਿਹਾ। ਇਹ ਸੋਚਦੇ ਨੇ ਕਿ ਸਾਡੇ ਕਰਕੇ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਸਾਨੂੰ ਇਕਾਂਤ ਦੇ ਵਿੱਚ ਜਾਣਾ ਚਾਹੀਦਾ ਹੈ। ਸੁਣ ਕੇ ਸਭ ਸਿੱਖਨ ਮਨ ਜਾਨਾ, ਤਪੇ ਅਛੂਤ ਦੁਸ਼ਟ ਸਮਾਨਾ। ਇਹ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੱਲ ਕਹੀ, ਹੁਣ ਪਾਤਸ਼ਾਹ ਜੀ ਦੇ ਵਚਨ ਸੁਣ ਕੇ ਕਹਿੰਦੇ ਨੇ ਕਿ ਸਿੱਖਾਂ ਨੇ ਮਨ ਦੇ ਵਿੱਚ ਇਹ ਜਾਣ ਲਿਆ। ਇਹ ਜਾਣਦੇ ਤੇ ਹੈ ਹੀ ਸੀ ਕਿ ਇਹ ਜੋ ਜਿੰਨੀਆਂ ਵੀ ਗੱਲਾਂ ਆਣ ਕੇ ਕਹੀਆਂ ਨੇ, ਇਹ ਤਪਾ ਈਰ ਖਾਲੂ ਜਿਹੜਾ ਏ ਦੁਸ਼ਟ ਬਖਾਨਾ, ਕਹਿੰਦੇ ਉਹ ਦੁਸ਼ਟ ਹੈ, ਭਾਵ ਦੁਰਮਤੀਆ ਏ, ਮਾੜੀ ਮਤ ਵਾਲਾ ਏ, ਮਾੜੀ ਬੁੱਧ ਵਾਲਾ ਏ। ਉਹਦੇ ਸਿਖਾਏ ਹੋਏ ਹੀ ਇਹ ਲੋਕ ਆਣ ਕੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਰਾਹਕ ਮੂਰਖ ਲਖੇ ਨਾ ਕੈਸੇ, ਅਗੇ ਈਰਖਾ ਨਾਠੇ ਜੈਸੇ। ਤੇ ਕਹਿੰਦੇ ਉਸ ਤਰ੍ਹਾਂ ਦੇ ਇਹ ਮੂਰਖ ਕਿਸਾਨ, ਮੂਰਖ ਲੋਕ ਜਿਹੜੇ ਨੇ, ਉਹਦੀਆਂ ਗੱਲਾਂ ਦੇ ਵਿੱਚ ਆ ਕਰਕੇ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਸਮਝਦੇ ਨਹੀਂ। ਉਸ ਪਾਪੀ ਦੀਆਂ ਗੱਲਾਂ ਦੇ ਵਿੱਚ ਆਣ ਕੇ ਕਹਿੰਦੇ ਉਹਨੇ ਤੇ ਮਨ ਦੇ ਵਿੱਚ ਈਰਖਾ ਧਾਰਨ ਕੀਤੀ ਹੋਈ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੇ ਪਾਸ ਜੋ ਆ ਰਹੀ ਸੰਗਤ ਹੈ ਉਹਨੂੰ ਮੈਂ ਰੋਕਣਾ ਕਰਾਂ, ਕਿ ਜੋ ਇਹਨਾਂ ਦੇ ਪਾਸ ਜਿਵੇਂ ਇਹਨਾਂ ਦੀ ਬਹੁਤ ਮਹਾਨਤਾ ਹੈ, ਸਾਰੇ ਇਹਨਾਂ ਨੂੰ ਸਤਿਕਾਰ ਦਿੰਦੇ ਨੇ, ਜੇਕਰ ਮੈਂ ਪਿੰਡ ਦੇ ਵਿੱਚੋਂ ਇਹਨਾਂ ਨੂੰ ਕੱਢ ਦੇਵਾਂਗਾ ਤੇ ਉਸੇ ਤਰ੍ਹਾਂ ਮੇਰਾ ਸਤਿਕਾਰ ਹੋਣ ਲੱਗ ਪਵੇਗਾ, ਲੋਕ ਮੈਨੂੰ ਪੂਜਣ ਲੱਗ ਪਵੇਣਗੇ। ਕਹਿੰਦੇ ਇਸ ਤਰ੍ਹਾਂ ਦੀ ਇਸ ਪਾਪੀ ਦੇ ਮਨ ਦੇ ਵਿੱਚ ਈਰਖਾ ਹੈ। ਅਪਰ ਉਪਾਵ ਬਰਤ ਕਛ ਨਾਹੀ, ਨਿਕ ਸਹਿ ਚਲਹਿ ਆਨ ਥਲ ਮਾਹੀ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਹੋਰ ਕੋਈ ਹੀਲਾ ਨਹੀਂ ਬਣਦਾ, ਭਾਵ ਇਹਨਾਂ ਦੇ ਨਾਲ ਹੁਣ ਜ਼ਿਆਦਾ ਬਹਿਸਬਾਜ਼ੀ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ, ਕੋਈ ਚੰਗੀ ਗੱਲ ਨਹੀਂ ਹੈ ਕਿ ਅਸੀਂ ਇਹਨਾਂ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਜਾਂ ਵਿਅਰਥ ਦੀਆਂ ਗੱਲਾਂ ਕਰੀਏ। ਇਸ ਕਰਕੇ ਨਿਕ ਸਹਿ ਚਲਹਿ ਆਨ ਥਲ ਮਾਹੀ। ਹਜ਼ੂਰ ਜੀ ਕਹਿੰਦੇ ਦੇਰ ਨਾ ਲਾਵੋ, ਉਸ ਅਸਥਾਨ ਦੇ ਵੱਲ ਜਿਹਦੇ ਬਾਰੇ ਦੱਸਿਆ ਹੋਇਆ ਹੈ ਉੱਥੇ ਦੇ ਵੱਲ ਚੱਲਣਾ ਕਰੋ। ਕਰਹਿ ਦੇਰ ਬਿਗਰੇ ਮਤ ਮੰਦੇ, ਮਹਾ ਮੂੜ ਮਿਲ ਜਹੇ ਬੰਦੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਰ ਨਾ ਕਰਨੀ ਕਰੋ, ਕਿਉਂਕਿ ਇਹ ਮੰਦੀ ਮਤ ਵਾਲੇ, ਮੰਦ ਬੁੱਧੀ ਵਾਲੇ ਮੂਰਖ ਜਿਹੜੇ ਨੇ, ਇਹ ਹੋ ਸਕਦਾ ਏ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆ ਜਾਵੇ। ਇਸ ਕਰਕੇ ਕਹਿੰਦੇ ਇਹ ਬੋਲ ਕਬੋਲ ਕਰ ਰਹੇ ਨੇ ਆਪਣੀ ਜ਼ੁਬਾਨ ਤੋਂ। ਇਸ ਕਰਕੇ ਇਹ ਮਹਾ ਮੂਰਖਾਂ ਦੇ ਪਾਸ ਰਹਿਣਾ ਬਹੁਤਾ ਸਮਾਂ ਠੀਕ ਨਹੀਂ ਹੈ, ਇਹਨਾਂ ਨੂੰ ਮੂੰਹ ਲਾਉਣਾ ਜ਼ਿਆਦਾ ਸਮਾਂ ਠੀਕ ਨਹੀਂ ਹੈ। ਲੱਖ ਅਜਤਨ ਨਿਕਸਤ ਹੀ ਚਾਹਾ, ਚੱਲੇ ਵਹਿਰ ਸੋ ਥਲ ਜਹਾਂ। ਕਹਿੰਦੇ ਇਸ ਤਪੇ ਨੇ ਕਈ ਉਪਾਵ ਕੀਤੇ, ਕਈ ਯਤਨ ਕੀਤੇ ਨੇ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਸ ਨਗਰ ਦੇ ਵਿੱਚੋਂ ਕਢਾਉਣ ਦੇ ਵਾਸਤੇ। ਪਰ ਜੋ ਇਹਨੇ ਹੁਣ ਜਿਹੜੀਆਂ ਇਹਨਾਂ ਨੂੰ ਪਾਸ ਕਿਰਸਾਨਾਂ ਨੂੰ ਸਤਿਗੁਰੂ ਜੀ ਦੇ ਪਾਸ ਭੇਜਿਆ, ਕਹਿੰਦੇ ਇਹਦੇ ਵਿੱਚ ਇਹ ਕਾਮਯਾਬ ਹੋ ਗਿਆ। ਤੇ ਕਹਿੰਦੇ ਨੇ ਕਵੀ ਜੀ ਕਹਿ ਰਹੇ ਨੇ, ਕਹਿਣ ਲੱਗੇ ਚੱਲੇ ਵਹਿਰ ਕੋ ਸੋ ਥਲ ਜਹਾਂ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਜਾ ਰਹੇ ਨੇ ਤੇ ਨਾਲ ਹੀ ਪਾਤਸ਼ਾਹ ਜੀ ਦੇ ਜੋ ਸਿੱਖ ਨੇ, ਜੋ ਪਾਤਸ਼ਾਹ ਜੀ ਦੇ ਪਾਸ ਰਹਿੰਦੇ ਨੇ, ਕਹਿੰਦੇ ਨੇ ਕਿ ਉਹ ਵੀ ਹਜ਼ੂਰ ਜੀ ਦੇ ਨਾਲ ਜਾ ਰਹੇ ਨੇ। ਕਿਰ ਕਾਰਨ ਸੋ ਨਿਕਸਤ ਕਹਿਓ, ਹਮਰੇ ਬਾਸ ਜੇ ਤੁਮ ਦੁੱਖ ਲਹਿਓ। ਪਾਤਸ਼ਾਹ ਜੀ ਕਹਿਣ ਲੱਗੇ ਖੇਤੀ ਕਰਨ ਵਾਲਿਆਂ ਨੇ ਉਹਨਾਂ ਨੂੰ ਇਸ ਤਰ੍ਹਾਂ ਉੱਥੇ ਭਵ ਕੇ ਜਾਣ ਵਾਸਤੇ ਕਹਿ ਦਿੱਤਾ ਹੈ। ਹਜ਼ੂਰ ਜੀ ਕਹਿੰਦੇ ਕਿ ਅਸੀਂ ਚਲੇ ਜਾਂਦੇ ਹਾਂ, ਜੇਕਰ ਸਾਡੇ ਰਹਿਣ ਦੇ ਨਾਲ, ਸਾਡੇ ਇੱਥੇ ਵਸਣ ਦੇ ਨਾਲ ਤੁਹਾਨੂੰ ਦੁੱਖ ਪ੍ਰਾਪਤ ਹੁੰਦਾ ਹੈ, ਤਉ ਹਮ ਜਾਏ ਅਪਰ ਥਲ ਰਹੈ, ਗ੍ਰਾਮ ਦੁਖੀ ਕਹਿਓ ਕਰਵੇ ਚਾਹੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤਾਂ ਭਾਈ ਅਸੀਂ ਇਸ ਜਗ੍ਹਾ ਨੂੰ ਛੱਡ ਕੇ ਚਲੇ ਜਾਣਾ ਕਰਦੇ ਹਾਂ। ਅਸੀਂ ਥੋੜ੍ਹੀ ਚਾਹੁੰਦੇ ਹਾਂ ਕਿ ਸਾਡੇ ਕਰਕੇ ਤੁਸੀਂ ਦੁਖੀ ਹੋਵੋ।
ਜਾਂ ਸਾਡੇ ਕਰਕੇ ਤੁਹਾਡਾ ਕੋਈ ਨੁਕਸਾਨ ਹੋਵੇ। ਜਿਤਕ ਸਿੱਖ ਸੇ ਸੰਗ ਸਿਧਾਰੇ, ਚੱਲੇ ਪਿਛਾਰੀ ਗੁਰੂ ਅਗਾਰੇ। ਕਹਿੰਦੇ ਜਿੰਨੇ ਵੀ ਸਿੱਖ ਸਨ ਪਾਤਸ਼ਾਹ ਜੀ ਦੇ ਉਸ ਸਮੇਂ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਅੱਗੇ ਜਾ ਰਹੇ ਨੇ, ਸਿੱਖ ਉਹਨਾਂ ਦੇ ਨਾਲ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਜਾ ਰਹੇ ਨੇ। ਚੰਦਹਿ ਲੋਕਨ ਥਾਪ ਉਥਾਪੇ, ਤਉ ਸ਼ਿਮਾ ਨਿਤ ਪਰਮ ਮਾਪੇ। ਕਹਿੰਦੇ ਨੇ ਕਿ ਸੰਸਾਰ ਦੇ ਵਿੱਚ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੇ, ਭਾਵ ਕਿ ਗਿਆਨ ਦਾ ਪ੍ਰਕਾਸ਼ ਕਰਨ ਵਾਲੇ, ਇਸ ਸੰਸਾਰ ਦੇ ਕਰਤਾ ਧਰਤਾ ਭਾਵ ਪ੍ਰਤੱਖ ਹਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਉਹ ਆਪ ਵੈਰ ਤੋਂ ਰਹਿਤ ਨੇ। ਕਿਸੇ ਦੇ ਨਾਲ ਕੋਈ ਵੀ ਵੈਰ ਨਹੀਂ ਰੱਖਣਾ ਚਾਹੁੰਦੇ, ਕਿਸੇ ਦੇ ਨਾਲ ਕੋਈ ਵੀ ਈਰਖਾ ਨਹੀਂ ਰੱਖਣਾ ਚਾਹੁੰਦੇ। ਗੁਰੂ ਜੀ ਖਿਮਾ ਦੇ ਵੱਡੇ ਭੰਡਾਰੇ ਹਨ, ਭਾਵ ਕਿ ਉਹ ਤੇ ਆਪ ਸਭਨਾਂ ਨੂੰ ਬਖਸ਼ਣ ਵਾਲੇ ਨੇ, ਆਪ ਖਿਮਾ ਦੇ ਖਜ਼ਾਨੇ ਨੇ। ਗਮ ਨਤ ਪਹੁੰਚੇ ਕੇਤਕ ਦੂਰੇ, ਕਰਿਓ ਜਾਏ ਡੇਰਾ ਗੁਰਪੂਰੇ। ਕਹਿੰਦੇ ਨੇ ਕਿ ਕਿੰਨਾ ਕਾਫੀ ਜਿਹੜਾ ਲੰਮਾ ਸਮਾਂ ਜਿਹੜਾ ਸੀ ਹਜ਼ੂਰ ਜੀ ਇਸ ਪੈਂਡੇ ਨੂੰ ਤੈਅ ਕਰਦੇ ਨੇ। ਇਸ ਨਗਰ ਤੋਂ ਕਾਫੀ ਦੂਰ ਚਲੇ ਜਾਂਦੇ ਨੇ। ਕਾਫੀ ਦੂਰ ਜਾਣ ਤੋਂ ਬਾਅਦ ਕਹਿੰਦੇ ਨੇ ਕੇਤਕ ਦੂਰੇ, ਕਰਿਓ ਜਾਏ ਡੇਰਾ ਗੁਰਪੂਰੇ। ਹੁਣ ਉਸ ਜਗ੍ਹਾ ਦੇ ਉੱਤੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜਾ ਕੇ ਡੇਰਾ ਕਰਨਾ ਕੀਤਾ ਹੈ, ਭਾਵ ਕਿ ਉਸ ਇਕਾਂਤ ਜਗ੍ਹਾ ਦੇ ਵਿੱਚ ਥੇ ਦੇ ਉੱਤੇ ਜਾ ਕੇ ਪਾਤਸ਼ਾਹ ਜੀ ਵਿਰਾਜੇ ਨੇ। ਸਿੱਖ ਸਮੀਪ ਬੈਠੇਗੇ ਤਹਾਂ, ਇੱਕ ਰਸ ਰਿਦਾ ਸ਼ਾਂਤ ਨਿਤ ਮਹਾ। ਤੇ ਸਿੱਖ ਵੀ ਉੱਥੇ ਜਾ ਕੇ ਪਾਤਸ਼ਾਹ ਜੀ ਦੇ ਨਾਲ ਹੀ ਬੈਠ ਗਏ ਨੇ। ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਲੰਘ ਤੇ ਬੈਠੇ ਨੇ ਤੇ ਕੁਝ ਇਹਨਾਂ ਦੇ ਨਾਲ ਜੋ ਰਹਿਣ ਵਾਲੇ ਨੇ ਹਜ਼ੂਰ ਜੀ ਦੇ ਪਾਸ ਖੜੇ ਹੋਏ। ਬਾਕੀ ਸਾਰੀ ਸੰਗਤ ਜਿੰਨੀ ਵੀ ਹੈ ਕਹਿੰਦੇ ਕਿ ਉਹ ਹਜ਼ੂਰ ਜੀ ਦੇ ਚਰਨਾਂ ਦੇ ਵਿੱਚ ਉਸ ਜਗ੍ਹਾ ਤੇ ਬੈਠ ਗਈ ਹੈ। ਤੇ ਜਿਨ੍ਹਾਂ ਦਾ ਹਿਰਦਾ ਜਿਹੜਾ ਹੈ ਉਹ ਹਮੇਸ਼ਾ ਹੀ ਇੱਕ ਰਸ ਪਰਮਾਤਮਾ ਜੀ ਦੇ ਨਾਮ ਦੇ ਨਾਲ ਬੱਝਾ ਰਹਿੰਦਾ ਹੈ, ਭਾਵ ਕਿ ਜੋ ਹਮੇਸ਼ਾ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਨੇ। ਜਹਾਂ ਜਾਏ ਬੈਠੇ ਤਹਿ ਜੰਗਲ, ਸਤਿਗੁਰ ਪਗ ਤੇ ਪਾਥਲ ਮੰਦਲ। ਕਹਿੰਦੇ ਹੁਣ ਜਿਸ ਜਗ੍ਹਾ ਤੇ ਜਾ ਕੇ ਮਹਾਰਾਜ ਜੀ ਬੈਠੇ ਨੇ ਇਹ ਜੰਗਲ ਦਾ ਏਰੀਆ ਹੈ, ਭਾਵ ਇਹ ਬੀਆਬਾਨ ਹੈ। ਇੱਥੇ ਪਹਿਲਾਂ ਆਉਂਦਾ ਕੋਈ ਨਹੀਂ, ਪਰ ਹਾਂ ਜਿਸ ਟਾਈਮ ਦੇ ਉੱਤੇ ਮਹਾਰਾਜ ਧੰਨ ਗੁਰੂ ਅੰਗਦ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਕਹਿੰਦੇ ਉੱਥੇ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਰਮਾਤਮਾ ਜੀ ਦੇ ਨਾਮ ਦਾ ਜੋ ਪ੍ਰਚਾਰ ਹੋ ਰਿਹਾ ਹੈ, ਸੰਗਤਾਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਨਾ ਕਰ ਰਹੀਆਂ ਨੇ। ਉੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜਾ ਦੇ ਵਿੱਚ ਰਹਿਣ ਬਾਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਆਓ ਸਮੇਂ ਦੀ ਸਮਾਪਤੀ ਹੈ, ਇਸ ਤੋਂ ਅਗਲੇ ਪ੍ਰਸੰਗ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਕਰਨਾ ਕਰਾਂਗੇ। ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।